गुड मॉर्निंग स्टूडेंट्स। बेटा अपना अज का जोड़ा टॉपिक है दैट इज़ न्यूटन रिंग्स। हुण देखो न्यूटन रिंग्स एक्चुअली च है कि न्यूटन रिंग्स ने जिस तरह आप पिछे थिन फिल्म्स पढ़िया ने, थिन फिल्म्स मतलब जिस तरह मैं थोड़ा माइका शीट की एग्जाम्पल दी सी या वाटर के उपर ऑयल की लेयर बन जाती है, थिन फिल्म है, ठीक है। उस तरह न्यूटन रिंग एक एक्सपैरीमेंट है जिहड़ा कि जिहदियां डिफरेंट एप्लीकेशनस ने भी उहदे थ्रू असी फरदर कुछ वैल्यूज़ ने जिहड़ियां वो कैलकुलेट कर सकते हैं। पर न्यूटन रिंग्स बनदियां किवें ने, न्यूटन रिंग्स नूं बनाउण दे लई की करदे ने कि एक प्लेनो कन्वैक्स लैंस लैंदे ने, एक ग्लास प्लेट लैंदे ने। हुण देखो ग्लास प्लेट तां प्लेन होऊगी, जिस तरह मतलब सपोज करो कि आह पेपर है, ये ग्लास प्लेट है, ये प्लेन है। प्लेनो कन्वैक्स लैंस जिहड़ा होऊगा उहदा कोई ना कोई करवेचर होऊगा, मतलब वो बल्ज हुंदे ने। ते जदों तुसीं एक ग्लास प्लेट दे उपर लैंस नूं रखोगे, एक ग्लास प्लेट के उपर बेटा जो लैंस नूं रखा जाऊगा तो वो इन बिटवीन बहुत माइनर जी स्पेस रह जूगी, खाली स्पेस रह जूगी। वो खाली स्पेस के अंदर की होगा, एयर होगी, ठीक है जी। वो एयर दे करके या वो जड़ा मतलब स्ट्रक्चर बन गया वो रिंग्स की फॉर्मेशन होगी। ये अपना एक्सपैरीमेंट भी है, अपने अगले सैम दे विच न्यूटन रिंग एक्सपैरीमेंट भी है। उदों तुहानूं ज़्यादा क्लैरिटी होगी कि रिंग्स की फॉर्मेशन किस तरह होंदी है। हुण क्योंकि वो बहुत स्मॉल मतलब स्मॉल आपां स्पेस कह सकते हैं कि ग्लास प्लेट के उपर जदों असीं लैंस नूं रखदे हां तां उहदे अंदर बहुत माइनर स्पेस होगी ते उहनूं देखण दे लई फिर असीं जिहड़ा माइक्रोस्कोप यूज़ करांगे। क्लीयर है। ਤਾਂ ਹੁਣ ਉਹ ਜਿਹੜੀ ਰਿੰਗਸ ਦੀ ਫਾਰਮੇਸ਼ਨ ਹੁੰਦੀ ਹੈ ਉਹ ਫਾਰਮੇਸ਼ਨ ਕਿਸ ਤਰ੍ਹਾਂ ਹੋਊਗੀ। ਦੇਖੋ ਜਿਹੜਾ ਐਕਸਪੈਰੀਮੈਂਟਲ ਅਰੇਂਜਮੈਂਟ ਹੈ, ਐਕਸਪੈਰੀਮੈਂਟਲ ਅਰੇਂਜਮੈਂਟ 'ਚ ਕੀ ਹੈ, ਇੱਕ ਸੋਰਸ ਆਫ ਲਾਈਟ ਹੈ ਤੁਹਾਡੇ ਕੋਲ, ਇੱਕ ਸਲਿੱਟ ਦੇ ਥਰੂ ਲਾਈਟ ਆ ਰਹੀ ਹੈ, ਉਰੇ ਲੈਂਸ ਹੈ, ਇਹ ਲੈਂਸ ਦੇ ਨਾਲ ਇੱਥੇ ਇੱਕ ਗਲਾਸ ਪਲੇਟ ਲੱਗੀ ਹੋਈ ਹੈ ਜਿਹੜੀ ਕਿ 45 ਡਿਗਰੀ ਦੇ ਐਂਗਲ 'ਤੇ ਸੈੱਟ ਹੈ। ਇਹ ਆਪਣਾ ਸਾਰਾ ਇੰਸਟਰੂਮੈਂਟ ਹੈ। ਇਹ ਤੁਹਾਨੂੰ ਮੈਂ ਲੈਬ ਦੇ ਵਿੱਚ ਵੀ ਜਦੋਂ ਆਪਣੇ ਕਾਲਜ ਖੁੱਲ੍ਹ ਜਾਣਗੇ ਲੈਬ ਦੇ ਵਿੱਚ ਦਿਖਾਉਂਗੀ। ਇਹ ਗਲਾਸ ਪਲੇਟ ਲੱਗੀ ਹੋਈ ਹੈ 45 ਡਿਗਰੀ ਦੇ ਐਂਗਲ 'ਤੇ। ਆਹ ਨੀਚੇ ਜਿਹੜਾ ਸੈਟਅਪ ਹੈ ਇਹ ਗਲਾਸ ਪਲੇਟ ਹੈ, ਉਹਦੇ ਉੱਪਰ ਇਹ ਲੈਂਸ ਹੈ ਜਿਹੜਾ ਪਲੇਨੋ ਕਨਵੈਕਸ ਲੈਂਸ ਪਿਆ। ਕਲੀਅਰ ਹੈ। ਤਾਂ ਜਦੋਂ ਇਹਦੇ ਤੋਂ ਲਾਈਟ ਨੇ ਇਹ ਗਲਾਸ ਪਲੇਟ 'ਤੇ ਫਾਲ ਕਰਨਾ ਹੈ ਤਾਂ ਇਹ ਗਲਾਸ ਪਲੇਟ ਤੋਂ ਰਿਫਲੈਕਟ ਹੋ ਕੇ ਇਹ ਕੰਬੀਨੇਸ਼ਨ 'ਤੇ ਫਾਲ ਕਰੂਗੀ। ਹੁਣ ਇਹ ਗਲਾਸ ਪਲੇਟ ਤੇ ਲੈਂਸ ਦੀ ਜੋ ਕੰਬੀਨੇਸ਼ਨ ਹੈ ਇਹਨੇ ਕੀ ਕਰਨਾ, ਇਹਨੇ ਦੁਆਰਾ ਲਾਈਟ ਨੂੰ ਰਿਫਲੈਕਟ ਕਰ ਦੇਣਾ। ਰਿਫਲੈਕਟ ਕਰਨ ਤੋਂ ਬਾਅਦ ਜਦੋਂ ਇਹ ਇਸ ਗਲਾਸ ਪਲੇਟ ਚੋਂ ਪਾਸ ਕਰੂਗੀ ਤਾਂ ਇੱਥੇ ਆਪਾਂ ਮਾਈਕਰੋਸਕੋਪ ਦੇ ਥਰੂ ਦੇਖਾਂਗੇ। ਇਹ ਮਾਈਕਰੋਸਕੋਪ ਕੀ ਕਰੂਗਾ ਕਿ ਜੋ ਉਰੇ ਏਅਰ ਟਰੈਪ ਹੋ ਰਹੀ ਹੈ, ਏਅਰ ਟਰੈਪ ਹੋ ਰਹੀ ਹੈ, ਉਸ ਏਅਰ ਕਰਕੇ ਜਿਹੜੇ ਰਿੰਗਸ ਦੀ ਫਾਰਮੇਸ਼ਨ ਹੁੰਦੀ ਹੈ ਉਹ ਆਪਾਂ ਨੂੰ ਇਹ ਵਿਜ਼ੀਬਲ ਕਰਾਊਗਾ। ਤੇ ਇਸ ਇੰਸਟਰੂਮੈਂਟ ਦੇ ਨਾਲ ਕੀ ਹੁੰਦਾ ਹੈ, ਇੱਕ ਸਕਰੂ ਲੱਗਿਆ ਹੋਇਆ ਹੁੰਦਾ, ਇੱਕ ਮਾਈਕਰੋਮੀਟਰ ਲੱਗਿਆ ਹੁੰਦਾ ਜਿਹਦੇ ਤੋਂ ਅਸੀਂ ਉਹਨਾਂ ਰਿੰਗਸ ਦਾ ਡਾਇਆਮੀਟਰ ਹੈ ਜਿਹੜਾ ਉਹ ਫਾਈਂਡ ਆਊਟ ਕਰ ਸਕਦੇ ਹਾਂ। ਦੇਖੋ ਇੱਥੇ ਬੇਟਾ ਦੋ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਨੇ, ਇੱਕ ਰਿਫਲੈਕਟਿਡ ਸਿਸਟਮ ਬਣਦਾ ਹੁੰਦਾ, ਇੱਕ ਟਰਾਂਸਮਿਟਿਡ ਸਿਸਟਮ ਬਣਦਾ। ਜਿਹੜਾ ਆਪਾਂ ਇਹ ਬੁੱਕ ਦੇ ਵਿੱਚ ਦੇਖ ਰਹੇ ਹਾਂ ਰਿਫਲੈਕਟਿਡ ਸਿਸਟਮ ਹੈ ਕਿਉਂਕਿ ਲਾਈਟ ਆਈ ਗਲਾਸ ਪਲੇਟ 'ਤੇ ਫਾਲ ਕੀਤੀ, ਨੀਚੇ ਕੰਬੀਨੇਸ਼ਨ 'ਤੇ ਫਾਲ ਕੀਤੀ, ਇਹ ਕੰਬੀਨੇਸ਼ਨ ਇਹਨੂੰ ਰਿਫਲੈਕਟ ਕੀਤਾ ਤੇ ਅਸੀਂ ਇਹਨੂੰ ਮਾਈਕਰੋਸਕੋਪ ਦੇ ਥਰੂ ਦੇਖ ਰਹੇ ਹਾਂ। ਸਿਮਿਲਰਲੀ ਇੱਕ ਇਹਦਾ ਸਿਸਟਮ ਇੱਥੇ ਵੀ ਬਣੂਗਾ, ਇਹਦਾ ਟਰਾਂਸਮਿਟਿਡ ਸਿਸਟਮ ਹੋਊਗਾ। ਜਨਰਲੀ ਲੈਬ ਦੇ ਵਿੱਚ ਆਪਾਂ ਉਹਦਾ ਰਿਫਲੈਕਟਿਡ ਸਿਸਟਮ ਹੀ ਦੇਖਦੇ ਹਾਂ, ਜਿਸ ਤਰ੍ਹਾਂ ਕਿ ਆਪਾਂ ਪਿੱਛੇ ਥਿਨ ਫਿਲਮਸ ਦੇ ਲਈ ਦੇਖਿਆ ਸੀ ਰਿਫਲੈਕਟਿਡ ਸਿਸਟਮ, ਟਰਾਂਸਮਿਟਿਡ ਸਿਸਟਮ, ਕਿ ਜੋ ਪੈਟਰਨ ਓਬਟੇਨ ਹੋਣਗੇ ਉਹ ਇੱਕ ਦੂਜੇ ਦੇ ਕੰਪਲੀਮੈਂਟਰੀ ਹੋਣਗੇ ਜੇ ਤੁਸੀਂ ਉਹਨੂੰ ਰਿਫਲੈਕਟਿਡ ਤੇ ਟਰਾਂਸਮਿਟਿਡ 'ਚ ਕੰਪੇਅਰ ਕਰਦੇ ਹੋ। ਉਸੇ ਤਰ੍ਹਾਂ ਇੱਥੇ ਹੋਊਗਾ। ਤਾਂ ਇਸ 'ਚ ਜਿਹੜੇ ਰਿੰਗਸ ਦੇ ਪੈਟਰਨ ਬਣਨਗੇ ਉਹ ਰਿੰਗਸ ਦੇ ਪੈਟਰਨ ਆਹ ਵਾਲੇ ਬਣਨਗੇ। ਔਰ ਬੇਟਾ ਧਿਆਨ ਰੱਖਣਾ ਤੁਹਾਡੀ ਬੁੱਕ ਦੇ ਵਿੱਚ ਨਾ ਇਹ ਗਲਤ ਲਿਖਿਆ ਹੋਇਆ, ਜਿਹੜਾ ਆਹ ਵਾਲਾ ਪੈਟਰਨ ਹੈ ਇਹਦੇ 'ਚ ਦੇਖੋ ਸੈਂਟਰਲ ਜਿਹੜਾ ਬਿਲਕੁਲ ਸੈਂਟਰ ਵਾਲਾ ਰਿੰਗ ਹੈ ਉਹ ਡਾਰਕ ਹੈ, ਫਿਰ ਬ੍ਰਾਈਟ, ਫਿਰ ਡਾਰਕ, ਫਿਰ ਬ੍ਰਾਈਟ, ਫਿਰ ਡਾਰਕ ਐਂਡ ਸੋਨ। ਇਹ ਰਿਫਲੈਕਟਿਡ ਪੈਟਰਨ ਹੈ। ਇਹ ਕੀ ਹੈ, ਇਹ ਰਿਫਲੈਕਟਿਡ ਸਿਸਟਮ 'ਚ ਜਿਹੜਾ ਪੈਟਰਨ ਬਣੂਗਾ ਉਹ ਹੈ, ਬੁੱਕ 'ਚ ਉਲਟਾ ਲਿਖਿਆ ਹੋਇਆ। ਉਸ ਤੋਂ ਬਾਅਦ ਜਿਹੜਾ ਸੈਂਟਰਲ ਫਰਿੰਜ ਹੈ ਉਹ ਬ੍ਰਾਈਟ ਹੈ, ਫਿਰ ਡਾਰਕ, ਫਿਰ ਬ੍ਰਾਈਟ, ਫਿਰ ਡਾਰਕ। ਇਹ ਟਰਾਂਸਮਿਟਿਡ ਸਿਸਟਮ ਹੈ। ਕਲੀਅਰ ਹੈ। ਤਾਂ ਇੱਥੇ ਜਿਹੜੇ ਰਿੰਗਸ ਦੀ ਫਾਰਮੇਸ਼ਨ ਹੋਊਗੀ ਉਹ ਐਲਟਰਨੇਟ ਹੋ ਜੂਗੀ ਇੱਕ ਦੂਜੇ ਦੇ ਰਿਫਲੈਕਟਿਡ ਤੇ ਟਰਾਂਸਮਿਟਿਡ ਸਿਸਟਮ 'ਚ। ਆਪਾਂ ਜਨਰਲੀ ਲੈਬ ਦੇ ਵਿੱਚ ਵੀ ਜਿਹੜਾ ਦੇਖਦੇ ਹਾਂ ਉਹ ਰਿਫਲੈਕਟਿਡ ਸਿਸਟਮ ਹੁੰਦਾ। ਸੋ ਨੈਕਸਟ ਆਪਾਂ ਇਹਦੇ ਮੈਥਮੈਟੀਕਲ ਪੋਰਸ਼ਨ 'ਤੇ ਆਉਂਦੇ ਹਾਂ। ਤਾਂ ਮੈਥਮੈਟੀਕਲ ਪੋਰਸ਼ਨ ਦੇ ਲਈ ਦੇਖੋ ਆਹ ਵਾਲੀ ਜਿਹੜੀ ਡਾਇਗਰਾਮ ਹੈ, ਦਿਸ ਡਾਇਗਰਾਮ। ਹੁਣ ਕਿਉਂਕਿ ਜਿਹੜਾ ਲੈਂਸ ਹੁੰਦਾ, ਲੈਂਸ ਇੱਕ ਪੂਰੇ ਸਫੀਅਰ ਦਾ
ਪਾਰਟ ਹੁੰਦਾ ਹੈ। ਤਾਂ ਇਹ ਇਸ ਤਰ੍ਹਾਂ ਮਤਲਬ ਡਾਇਗਰਾਮੈਟਿਕਲੀ ਅਸੀਂ ਇਹਨੂੰ ਇਸ ਤਰ੍ਹਾਂ ਸ਼ੋਅ ਕਰਦੇ ਹਾਂ, ਗਲਾਸ ਪਲੇਟ ਦੇ ਉੱਪਰ ਲੈਂਸ ਪਿਆ ਅਤੇ ਉਹਨੂੰ ਸ਼ੋਅ ਕਰਨ ਦੇ ਲਈ ਅਸੀਂ ਉਹਨੂੰ ਇਸ ਤਰ੍ਹਾਂ ਸ਼ੋਅ ਕਰਦੇ ਹਾਂ। ਅਤੇ ਹੁਣ ਇਹਦੇ ਮੈਥਮੈਟੀਕਲ ਪੋਰਸ਼ਨ 'ਚ ਦੇਖੋ ਬੇਟਾ ਸੇਮ ਡਾਇਗਰਾਮ ਮੈਂ ਡਰਾ ਕੀਤੀ ਹੋਈ ਹੈ। ਇਹ ਡਾਇਗਰਾਮ 'ਚ ਦੇਖੋ ਆਹ ਜਿਹੜਾ ਤੁਹਾਨੂੰ ਪੋਰਸ਼ਨ ਦਿਖ ਰਿਹਾ, ਦਿਸ ਪੋਰਸ਼ਨ, ਇਹ ਸਪੋਜ਼ ਕਰੋ ਕਿ 에ਅਰ ਟਰੈਪ ਹੈ, ਕਿਉਂਕਿ ਇਹ ਦੇਖੋ ਤੁਹਾਨੂੰ ਦਿਖ ਤਾਂ ਇਸ ਤਰ੍ਹਾਂ ਰਿਹਾ ਪਰ ਐਕਚੁਅਲੀ 'ਚ ਕੰਬੀਨੇਸ਼ਨ ਇਸ ਤਰ੍ਹਾਂ ਪਈ ਹੈ। ਤਾਂ ਉਹਦੇ ਅੰਦਰ ਸਪੋਜ਼ ਕਰੋ ਇੰਨੀ ਕੁ ਜਿਹੜੀ ਥਿਕਨੈਸ ਹੈ, ਇੰਨੀ ਕੁ ਥਿਕਨੈਸ ਦੇ ਅੰਦਰ 에ਅਰ ਟਰੈਪ ਹੈ। ਠੀਕ ਹੈ, ਇਹ 에ਅਰ ਦੀ ਜਗ੍ਹਾ ਅਸੀਂ ਕੋਈ ਲਿਕੁਇਡ ਵੀ ਲੈ ਸਕਦੇ ਹਾਂ ਜਿਹਦਾ ਅਸੀਂ ਰਿਫਰੈਕਟਿਵ ਇੰਡੈਕਸ ਫਾਈਂਡ ਆਊਟ ਕਰਨਾ ਹੋਏ। ਠੀਕ ਹੈ ਜੀ, ਤਾਂ ਇਹ ਜਿਹੜੀ ਥਿਕਨੈਸ ਹੈ ਉੱਥੇ ਇਹਦੇ ਲੈਂਸ ਦੇ ਇਸ ਪੁਆਇੰਟ ਤੇ ਆਪਾਂ ਪੁਆਇੰਟਸ ਲੈਂਦੇ ਹਾਂ DAE। ਕਲੀਅਰ ਹੈ, ਆ B ਹੈ, ਆ C ਸੈਂਟਰ ਹੈ, ਪੂਰੇ ਲੈਂਸ ਦਾ ਜਿਹੜਾ ਰੇਡੀਅਸ ਆਫ ਕਰਵੇਚਰ ਹੈ BC ਉਹਦਾ R ਹੈ, ਕੈਪੀਟਲ R ਜਿਹਨੂੰ ਆਪਾਂ ਰੇਡੀਅਸ ਬੋਲਦੇ ਹਾਂ। ਇਹ ਜਿਹੜੀ ਵੈਲਿਊ ਹੈ DA ਤੇ AE, ਇਹਨੂੰ ਅਸੀਂ ਚੂਜ਼ ਕੀਤਾ ਸਮਾਲ r। ਤਾਂ ਅਗਰ ਅਸੀਂ ਇਹਦੀ ਪੂਰੀ ਜਮੈਟਰੀ ਤੋਂ ਦੇਖੀਏ, ਆ ਇੱਕ ਲਾਈਨ ਜਾ ਰਹੀ ਹੈ, ਆ ਇੱਕ ਕੰਸਟਰਕਸ਼ਨ ਕੀਤੀ ਹੈ। ਠੀਕ ਹੈ ਜੀ, ਤਾਂ ਇਹ ਰੇਸ਼ੋ 'ਚ ਡਿਵਾਈਡ ਕਰਦੇ ਨੇ, ਜਿਵੇਂ ਅਸੀਂ ਰੇਸ਼ੋ ਪ੍ਰਪੋਰਸ਼ਨ ਦਾ ਰੂਲ ਲਗਾਉਂਦੇ ਹਾਂ ਤਾਂ DA ਇੰਟੂ AE ਇਜ਼ ਇਕੁਅਲ ਟੂ OA ਇੰਟੂ AB। ਕਲੀਅਰ ਹੈ, ਦੇਖੋ ਇਹ ਲਾਈਨਸ ਨੇ ਜਿਹੜੀਆਂ ਇੱਕ ਦੂਜੇ ਨੂੰ ਕੱਟ ਕਰਕੇ ਜਾ ਰਹੀਆਂ, ਆਪਾਂ ਇਹਨੂੰ ਲਿਖ ਰਹੇ ਹਾਂ DA ਇੰਟੂ AE ਇਜ਼ ਇਕੁਅਲ ਟੂ OA ਇੰਟੂ AB। ਤਾਂ ਜਿਹੜਾ AB ਹੈ, AB ਨੂੰ ਅਸੀਂ ਕੀ ਲਿਖ ਸਕਦੇ ਹਾਂ, OB ਮਾਈਨਸ OA ਲਿਖ ਸਕਦੇ ਹਾਂ, OB ਮਾਈਨਸ OA। ਹੁਣ DA ਤੇ AE ਨੂੰ ਆਪਾਂ ਸਮਾਲ r ਚੂਜ਼ ਕੀਤਾ ਹੈ। OA ਹੈ ਜਿਹੜਾ OA, ਇਹ ਦੇਖੋ ਆਪਾਂ ਨੇ T ਲਿੱਤਾ ਥਿਕਨੈਸ। ਠੀਕ ਹੈ ਜੀ, 에ਅਰ ਫਿਲਮ ਜਿਹੜੀ ਟਰੈਪ ਹੋ ਰਹੀ ਹੈ ਉਹਦੀ ਥਿਕਨੈਸ OB ਟੋਟਲ ਕੀ ਬਣ ਗਿਆ, 2r ਬਣ ਗਿਆ, ਕਿਉਂਕਿ ਇਹ ਡਾਇਆ ਹੈ ਲੈਂਸ ਦਾ ਜੋ ਸਫੀਅਰ ਪਾਰਟ ਹੈ, 2r ਇਹਦਾ ਡਾਇਆ ਹੋ ਗਿਆ। ਤਾਂ ਫਸਟ ਇਕੁਏਸ਼ਨ ਦੇ ਵਿੱਚ ਅਸੀਂ ਪੁੱਟ ਕਰਦੇ ਹਾਂ DA ਤੇ AE ਦੀ ਵੈਲਿਊ r² ਬਣ ਗਈ, OA ਕੀ ਬਣ ਗਿਆ, T ਬਣ ਗਿਆ, OB 2r ਹੈ, OA ਆਪਣੇ ਕੋਲ T ਹੈ। ਹੁਣ ਅਗਰ 2r ਇਜ਼ ਮਚ ਗ੍ਰੇਟਰ ਦੈਨ T, ਠੀਕ ਹੈ ਜੀ, ਥਿਕਨੈਸ ਹੈ ਜਿਹੜੀ ਮੀਨਸ ਜਿਹੜੀ ਇੱਥੇ 에ਅਰ ਟਰੈਪ ਹੋ ਰਹੀ ਹੈ ਇਹ ਬਹੁਤ ਬੇਟਾ ਨੈਗਲੀਜੀਬਲ ਸਮਾਲ ਹੁੰਦੀ ਹੈ। ਮਤਲਬ ਕਿ ਅਸੀਂ ਈਵਨ ਇਹਨੂੰ ਆਪਣੀਆਂ ਆਈਜ਼ ਦੇ ਨਾਲ ਵੀ ਓਬਜ਼ਰਵ ਨਹੀਂ ਕਰ ਸਕਦੇ, ਇਹਨੂੰ ਮਾਈਕਰੋਸਕੋਪ ਦੇ ਨਾਲ ਦੇਖਣਾ ਪੈਂਦਾ। ਤਾਂ ਅਸੀਂ ਇਮੈਜਨ ਕਰ ਸਕਦੇ ਹਾਂ ਵੀ ਕਿੰਨਾ ਕੁ ਮਤਲਬ ਇਹਦੀ ਜਿਹੜੀ ਅੰਦਰ 에ਅਰ ਟਰੈਪ ਹੋਊਗੀ ਉਹ ਕਿੰਨੀ ਕੁ ਹੋਊਗੀ, ਕਿੰਨਾ ਕੁ ਉਹ ਮਾਈਨਰ ਜਾਂ ਹੋਲ ਹੋਊਗਾ। ਤਾਂ ਇਫ 2r ਇਜ਼ ਮਚ ਗ੍ਰੇਟਰ ਦੈਨ T, ਤਾਂ ਇੱਥੇ T ਨੂੰ ਆਪਾਂ ਇਹਦੇ ਕੰਪੈਰੇਟਿਵਲੀ ਨਿਗਲੈਕਟ ਕਰ ਦਿੰਦੇ ਤਾਂ ਆਪਣੇ ਕੋਲ ਕੀ ਰਹਿ ਗਿਆ, r² ਇਜ਼ ਇਕੁਅਲ ਟੂ 2 ਕੈਪੀਟਲ R ਇੰਟੂ T। ਕੈਪੀਟਲ R ਇਹਦਾ ਰੇਡੀਅਸ ਹੈ ਬੇਟਾ ਪੂਰੇ ਲੈਂਸ ਜੋ ਸਫੈਰੀਕਲ ਪਾਰਟ ਹੈ ਉਹਦਾ, T ਕੀ ਬਣ ਗਿਆ, ਸਮਾਲ r² ਅਪੋਨ 2r ਬਣ ਗਿਆ। ਤਾਂ ਇਹ ਆਪਣੇ ਕੋਲ ਥਿਕਨੈਸ ਆ ਗਈ ਕਿ ਜੋ ਉੱਥੇ 에ਅਰ ਹੋਲ ਬਣੂਗਾ ਉਹਦੀ ਥਿਕਨੈਸ ਕਿੰਨੀ ਹੈ। ਤਾਂ ਹੁਣ ਨੈਕਸਟ ਆਪਾਂ ਕੰਡੀਸ਼ਨਸ ਦੇਖਦੇ ਹਾਂ ਕਿ ਅਗਰ ਅਸੀਂ ਨਿਊਟਨ ਰਿੰਗਸ ਨੂੰ ਰਿਫਲੈਕਟਿਡ ਲਾਈਟ ਦੇ ਵਿੱਚ ਦੇਖਦੇ ਹਾਂ ਤਾਂ ਫਿਰ ਕੀ ਹੋਊਗਾ। ਫੋਰ ਨਾਰਮਲ ਇਨਸੀਡੈਂਸ ਵੀ ਓਬਟੇਨ ਡਾਰਕ ਫ੍ਰਿੰਜ ਵੈਨ 2nt cos r ਇਜ਼ ਇਕੁਅਲ ਟੂ p ਲੈਮਡਾ। ਹੁਣ ਦੇਖੋ ਬੇਟਾ ਇਹ ਕੰਡੀਸ਼ਨਸ ਅਸੀਂ ਡਰਾਈਵ ਨਹੀਂ ਕਰਾਂਗੇ, ਇਹ ਕੰਡੀਸ਼ਨ ਆਪਾਂ ਪਿੱਛੇ ਕਰ ਚੁੱਕੇ ਹਾਂ ਜਦੋਂ ਆਪਾਂ ਥਿਨ ਫਿਲਮਸ ਦਾ ਆਰਟੀਕਲ ਕੀਤਾ ਹੈ। ਥਿਨ ਫਿਲਮਸ 'ਚੋਂ ਐਟੋਮੈਟਿਕਲੀ ਪ੍ਰੂਫ ਉੱਥੇ ਕੀਤਾ ਗਿਆ ਹੈ ਕਿ ਜਦੋਂ ਫ੍ਰਿੰਜਿਸ ਡਾਰਕ ਬਣਦੇ ਨੇ ਜਾਂ ਫ੍ਰਿੰਜਿਸ ਬ੍ਰਾਈਟ ਬਣਦੇ ਨੇ, ਰੇਅਰਰ ਟੂ ਡੈਂਸਰ ਹੈ ਜਾਂ ਡੈਂਸਰ ਟੂ ਰੇਅਰਰ ਹੈ, ਇਨ ਦੈਟ ਕੰਡੀਸ਼ਨ ਸਾਡੀ ਇਕੁਏਸ਼ਨ ਕੀ ਬਣਦੀ ਹੈ। ਤਾਂ ਦੇਖੋ ਇਹ ਕਹਿੰਦਾ ਨਾਰਮਲ ਇਨਸੀਡੈਂਸ। ਪਹਿਲੀ ਗੱਲ ਤਾਂ ਨਾਰਮਲ ਇਨਸੀਡੈਂਸ ਸਮਝੋ ਕੀ ਹੈ, ਦੁਬਾਰਾ ਦੱਸ ਰਹੀ ਹਾਂ ਮੈਂ, ਪਿਛਲੇ 'ਚ ਵੀ ਦੱਸਿਆ ਸੀ। ਨਾਰਮਲ ਇਨਸੀਡੈਂਸ ਮਤਲਬ ਜਦੋਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਤੇ ਲਾਈਟ ਫਾਲ ਕਰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਰਿਫਲੈਕਟ ਹੋ ਗਈ ਜਾਂ ਉਹਦਾ ਕੁਝ ਪੋਰਸ਼ਨ ਰਿਫਰੈਕਟ ਹੋ ਗਿਆ। ਆਪਾਂ ਫਿਰ ਇੱਕ ਨਾਰਮਲ ਡਰਾ ਕਰਦੇ ਹਾਂ, ਉਹ ਨਾਰਮਲ ਦੇ ਨਾਲ ਆਪਣੇ ਐਂਗਲ ਬਣਦੇ ਨੇ, ਐਂਗਲ ਆਫ ਇਨਸੀਡੈਂਸ ਐਂਡ ਐਂਗਲ ਆਫ ਰਿਫਲੈਕਸ਼ਨ ਔਰ ਐਂਗਲ ਆਫ ਰਿਫਰੈਕਸ਼ਨ। ਕਲੀਅਰ ਹੈ, ਪਰ ਜੇ ਲਾਈਟ ਨਾਰਮਲੀ ਹੀ ਇਨਸੀਡੈਂਟ ਕਰ ਰਹੀ ਹੈ, ਅਗਰ ਇੱਥੋਂ ਇਨਸੀਡੈਂਟ ਹੋਣ ਦੀ ਬਜਾਏ ਉਹ ਨਾਰਮਲੀ ਹੀ ਇਨਸੀਡੈਂਟ ਕਰ ਰਹੀ ਹੈ, ਫਿਰ ਉਹਦਾ ਐਂਗਲ ਆਫ ਇਨਸੀਡੈਂਸ ਵੀ 0 ਹੋਊਗਾ, ਐਂਗਲ ਆਫ ਰਿਫਲੈਕਸ਼ਨ ਵੀ ਕੀ ਹੋਊਗਾ, 0 ਹੋਊਗਾ, ਕਿਉਂਕਿ ਐਂਗਲ ਆਪਾਂ ਨੇ ਨਾਰਮਲ ਦੇ ਨਾਲ ਦੇਖਣਾ ਹੁੰਦਾ। ਕਲੀਅਰ ਹੈ, ਤਾਂ ਇੱਥੇ ਇਹ ਕਹਿ ਰਿਹਾ ਕਿ ਅਗਰ ਨਾਰਮਲ ਇਨਸੀਡੈਂਸ ਹੈ, ਇਨ ਦੈਟ ਕੇਸ ਅਗਰ ਅਸੀਂ ਡਾਰਕ ਫ੍ਰਿੰਜ ਓਬਟੇਨ ਕਰਨਾ ਹੈ ਤਾਂ ਸਾਡੀ ਕੰਡੀਸ਼ਨ ਕੀ ਹੋਊਗੀ, 2nt cos r ਇਜ਼ ਇਕੁਅਲ ਟੂ p ਲੈਮਡਾ ਹੋਊਗਾ। ਹੁਣ r ਉਰੇ ਕਿਉਂਕਿ 0 ਹੋ ਗਿਆ ਤਾਂ 2nt ਇਜ਼ ਇਕੁਅਲ ਟੂ p ਲੈਮਡਾ ਹੋ ਗਿਆ। r ਤਾਂ ਬੇਟਾ 0 ਹੈ ਕਿਉਂਕਿ ਨਾਰਮਲ ਇਨਸੀਡੈਂਸ ਹੈ। ਸਿਮਿਲਰਲੀ ਅਗਰ ਅਸੀਂ ਬ੍ਰਾਈਟ ਫ੍ਰਿੰਜ ਦੇ ਲਈ ਦੇਖਦੇ ਹਾਂ ਤਾਂ 2nt ਇਜ਼ ਇਕੁਅਲ ਟੂ 2p ਪਲੱਸ 1 ਲੈਮਡਾ ਬਾਈ 2 ਹੋਊਗਾ। ਇੱਥੇ ਆਰਡਰ ਕੀ ਹੋਊਗਾ, 0 1 2 ਐਂਡ ਸੋ ਔਨ।
ਤਾਂ ਅਗਰ ਆਰ ਪੀ ਰੇਡੀਅਸ ਹੈ ਪੀਐਥ ਆਰਡਰ ਇੰਟਰਫੇरेंस फ्रिंज, आर पी की है रेडियस ऑफ पीएथ ऑर्डर फ्रिंज। देखो रिंग बन रहे ने, ਆਪਾਂ ਕਹਿ ਰਹੇ ਹਾਂ ਕਿ ਰਿੰਗ ਬਣ ਰਹੇ ਨੇ। ਜਿਹੜਾ ਇਹ ਸਿਸਟਮ ਹੈ ਰਿਫਲੈਕਟਿਡ ਸਿਸਟਮ ਹੈ, ਇਹ ਜਿਹੜੇ ਸਾਡੇ ਫਰਿੰਜਿਸ ਨੇ ਹੁਣ ਉਹ ਰਿੰਗਸ ਦੀ ਫਾਰਮ ਦੇ ਵਿੱਚ ਨੇ। ਤਾਂ ਤੁਸੀਂ ਕਿਹੜੇ ਰਿੰਗ ਦਾ ਰੇਡੀਅਸ ਦੇਖ ਰਹੇ ਹੋ, ਫਸਟ ਦਾ ਦੇਖ ਰਹੇ ਹੋ, ਸੈਕਿੰਡ ਦਾ ਦੇਖ ਰਹੇ ਹੋ, ਥਰਡ ਦਾ ਦੇਖ ਰਹੇ ਹੋ, ਕਿਹੜੇ ਰਿੰਗ ਦਾ ਆਰਡਰ ਕੀ ਹੈ ਉਹਦਾ। ਤਾਂ ਕਹਿੰਦਾ ਅਗਰ ਆਰ ਰੇਡੀਅਸ ਆਫ ਪੀਐਥ ਆਰਡਰ ਫਰਿੰਜ ਹੈ ਤਾਂ ਟੀ ਨੂੰ ਅਸੀਂ ਕੀ ਲਿਖ ਸਕਦੇ ਹਾਂ, ਆਰ ਪੀ ਸਕੁਅਰ ਅਪੋਨ 2r। ਜਦੋਂ ਬੇਟਾ ਆਪਾਂ ਇਹ ਵੈਲਿਊ ਪੁੱਟ ਕਰਦੇ ਹਾਂ ਟੀ ਆਰ ਪੀ ਸਕੁਅਰ ਅਪੋਨ 2r, ਇਹ ਆਪਾਂ ਪੁੱਟ ਕਰ ਰਹੇ ਹਾਂ ਆਹ ਵਾਲੀ ਇਕੁਏਸ਼ਨ 'ਚ ਆਪਣੀ 'ਚ 2nt ਇਜ਼ ਇਕੁਅਲ ਟੂ ਪੀ ਲੈਮਡਾ 'ਚ। ਤਾਂ 2n ਆਰ ਪੀ ਸਕੁਅਰ ਅਪੋਨ 2r ਇਜ਼ ਇਕੁਅਲ ਟੂ ਪੀ ਲੈਮਡਾ। ਇੱਥੋਂ ਆਪਾਂ ਆਰ ਪੀ ਫਾਈਂਡ ਆਊਟ ਕਰ ਸਕਦੇ ਹਾਂ। ਦੇਖੋ ਇਸ ਪ੍ਰੈਕਟੀਕਲ ਦੇ ਵਿੱਚ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਐਕਸਪੈਰੀਮੈਂਟ 'ਚ ਮੇਨ ਕੀ ਹੈ, ਮੇਨ ਇਹ ਹੈ ਕਿ ਜਿਹੜੇ ਇਹ ਰਿੰਗ ਫਾਰਮੇਸ਼ਨ ਹੋ ਰਹੀ ਹੈ, ਇਹ ਰਿੰਗਸ ਦਾ ਆਪਾਂ ਨੇ ਰੇਡੀਅਸ ਜਾਂ ਇਹਦਾ ਡਾਇਆ ਕੱਢਣਾ ਹੁੰਦਾ ਹੈ। ਠੀਕ ਹੈ ਜੀ। ਤਾਂ ਆਪਾਂ ਇਸ ਫਾਰਮੂਲੇ ਤੋਂ ਕੀ ਕਰਾਂਗੇ, ਇਸ ਫਾਰਮੂਲੇ ਤੋਂ ਆਪਾਂ ਇਹਦਾ ਰੇਡੀਅਸ ਕੱਢ ਲਾਂਗੇ। ਮਤਲਬ ਪੀਐਥ ਆਰਡਰ ਰਿੰਗ, ਕਿਹੜੇ ਰਿੰਗ ਦਾ ਆਪਾਂ ਨੇ ਰੇਡੀਅਸ ਫਾਈਂਡ ਆਊਟ ਕਰਨਾ ਹੈ। ਤਾਂ 2 ਨਾਲ 2 ਇੱਥੇ ਕੈਂਸਲ ਹੋ ਗਿਆ, ਐਨ ਰਿਫਰੈਕਟਿਵ ਇੰਡੈਕਸ ਹੈ। ਅਗਰ 에ਅਰ ਟਰੈਪ ਹੈ, ਅਗਰ ਉਸ ਕੰਬੀਨੇਸ਼ਨ ਦੇ ਵਿੱਚ 에ਅਰ ਹੈ ਤਾਂ 에ਅਰ ਦਾ ਰਿਫਰੈਕਟਿਵ ਇੰਡੈਕਸ 1 ਹੁੰਦਾ। ਇਹਨੂੰ ਆਪਾਂ 1 ਪੁੱਟ ਕਰ ਲਿਆ ਤਾਂ ਆਪਣੇ ਕੋਲ ਰਿਲੇਸ਼ਨ ਕੀ ਆ ਗਿਆ, ਪੀ ਲੈਮਡਾ ਆਰ ਦਾ 1/2 ਆ ਗਿਆ। ਸੋ ਡਾਇਆਮੀਟਰ ਕੀ ਬਣ ਗਿਆ, 2 × ਆਰ ਪੀ। ਸੋ ਆਪਣੇ ਕੋਲ ਰਿਲੇਸ਼ਨ ਕੀ ਹੋ ਗਿਆ, 2 ਪੀ ਲੈਮਡਾ ਆਰ ਦਾ 1/2। ਸਿਮਿਲਰਲੀ ਜਦੋਂ ਅਸੀਂ ਬ੍ਰਾਈਟ ਫਰਿੰਜ ਦੇ ਲਈ ਡਾਇਆਮੀਟਰ ਕੱਢਦੇ ਆ ਤਾਂ ਬ੍ਰਾਈਟ ਫਰਿੰਜ ਦੇ ਕੇਸ 'ਚ ਆਪਾਂ ਨੇ ਕੀ ਕਰਨਾ ਹੈ ਕਿ ਜਿਹੜਾ ਆਪਣਾ ਬ੍ਰਾਈਟ ਰਿੰਗ ਵਾਲਾ ਰਿਲੇਸ਼ਨ ਹੈ, ਇਸ ਰਿਲੇਸ਼ਨ ਦੇ ਵਿੱਚ ਆਪਾਂ ਇੱਥੇ ਵੈਲਿਊ ਪੁੱਟ ਕਰ ਦਾਂਗੇ ਟੀ ਦੀ। ਤਾਂ ਉਹਦੇ ਅਕੋਰਡਿੰਗ ਆਪਣਾ ਜਿਹੜਾ ਰਿਲੇਸ਼ਨ ਆ ਜਾਊਗਾ ਉਹ ਬਣ ਜਾਊਗਾ 2p + 1/2 ਲੈਮਡਾ ਆਰ 1/2। ਇਹ ਤੁਸੀਂ ਚੈੱਕ ਕਰ ਸਕਦੇ ਹੋ ਪੁੱਟ ਕਰਕੇ। ਉਸ ਤੋਂ ਬਾਅਦ ਹੈ ਨਿਊਟਨਸ ਰਿੰਗ ਬਾਈ ਟਰਾਂਸਮਿਟਡ ਲਾਈਟ। ਹੁਣ ਟਰਾਂਸਮਿਟਡ ਲਾਈਟ ਦੇ ਵਿੱਚ ਕੀ ਹੋਊਗਾ, ਜੋ ਇਹਦੀ ਬ੍ਰਾਈਟ ਦੀ ਕੰਡੀਸ਼ਨ ਹੈ ਉਹਦੀ ਡਾਰਕ ਦੀ ਬਣ ਜੂਗੀ, ਜੋ ਇਹਦੀ ਡਾਰਕ ਦੀ ਕੰਡੀਸ਼ਨ ਹੈ ਉਹਦੀ ਉਹ ਬ੍ਰਾਈਟ ਦੀ ਬਣ ਜੂਗੀ। ਤਾਂ ਸਿਮਿਲਰਲੀ ਫॉर ਡਾਰਕ ਫਰਿੰਜ ਡਾਇਆਮੀਟਰ ਕੀ ਹੋ ਗਿਆ, ਡਾਇਆਮੀਟਰ ਇੰਨਾ ਹੋ ਗਿਆ। ਦੇਖੋ ਆਪੋਜ਼ਿਟ ਰਿਲੇਸ਼ਨ ਬਣ ਗਿਆ। ਬ੍ਰਾਈਟ ਫਰਿੰਜ ਦੇ ਲਈ ਕੀ ਹੋਊਗਾ, ਇਹ ਬ੍ਰਾਈਟ ਫਰਿੰਜ ਦੇ ਲਈ ਬਣ ਗਿਆ ਜੋ ਕਿ ਡਾਰਕ ਦੇ ਲਈ ਸੀਗਾ। ਠੀਕ ਹੈ ਜੀ। ਇਹ ਕੰਪਲੀਮੈਂਟਰੀ ਹੁੰਦੇ ਆ ਬੇਟਾ ਇੱਕ ਦੂਜੇ ਦੇ। ਤੇ ਹੁਣ ਰਿਫਲੈਕਟਿਡ ਤੇ ਟਰਾਂਸਮਿਟਡ ਤੁਸੀਂ ਧਿਆਨ ਰੱਖਣਾ ਹੈ, ਆਹ ਵਾਲੀਆਂ ਰਿੰਗਸ ਰਿਫਲੈਕਟਿਡ ਦੇ ਲਈ ਨੇ, ਇਹ ਵਾਲੀਆਂ ਟਰਾਂਸਮਿਟਡ ਦੇ ਲਈ ਨੇ। ਨੈਕਸਟ ਇਹਦਾ ਜਿਹੜਾ ਪਾਰਟ ਹੈ ਦੈਟ ਇਜ਼ ਐਪਲੀਕੇਸ਼ਨਸ। ਦੇਖੋ ਬੇਟਾ ਪੇਪਰ ਦੇ ਵਿੱਚ ਕਈ ਵਾਰ ਫੁੱਲ ਆਰਟੀਕਲ ਆਉਂਦਾ, ਕਈ ਵਾਰੀ ਉਹਦੀਆਂ ਇਕੱਲੀਆਂ ਐਪਲੀਕੇਸ਼ਨਸ ਆ ਜਾਂਦੀਆਂ ਨੇ, ਜਾਂ ਕਈ ਵਾਰੀ ਇਕੱਲਾ ਐਕਸਪਲੇਨ ਕਰਨਾ ਪੁੱਛਿਆ ਹੁੰਦਾ ਵੀ ਨਿਊਟਨ ਰਿੰਗਸ ਕੀ ਨੇ। ਤਾਂ ਕਿਸੇ ਵੀ ਫਾਰਮ 'ਚ ਕੁਐਸਚਨ ਆ ਸਕਦਾ ਹੈ। ਤਾਂ ਫਸਟ ਇਹਦੀ ਐਪਲੀਕੇਸ਼ਨ ਹੈ ਡਿਟਰਮੀਨੇਸ਼ਨ ਆਫ ਵੇਵਲੈਂਥ ਆਫ ਲਾਈਟ। ਡਿਟਰਮੀਨੇਸ਼ਨ ਆਫ ਵੇਵਲੈਂਥ ਆਫ ਲਾਈਟ ਤੋਂ ਕੀ ਮਤਲਬ ਹੈ ਕਿ ਜਿਹੜਾ ਤੁਸੀਂ ਉਰੇ ਸੋਰਸ ਯੂਜ਼ ਕਰ ਰਹੇ ਹੋ, ਦੇਖੋ ਲਾਈਟ ਦਾ, ਇਹ ਲਾਈਟ ਦੀ ਜੇ ਤੁਸੀਂ ਵੇਵਲੈਂਥ ਕੈਲਕੂਲੇਟ ਕਰਨੀ ਹੈ ਤਾਂ ਤੁਸੀਂ ਬਾਏ ਦਿਸ ਐਕਸਪੈਰੀਮੈਂਟ ਕੈਲਕੂਲੇਟ ਕਰ ਸਕਦੇ ਹੋ। ਦੇਖੋ ਇਫ ਡੀਪੀ ਐਂਡ ਡੀ ਕਿਊ ਡਾਇਆਮੀਟਰ ਆਫ ਡਾਰਕ ਫਰਿੰਜ ਆਫ ਪੀਐਥ ਐਂਡ ਕਿਊਥ ਆਰਡਰ, ਮੀਨਸ ਪੀਐਥ ਤੇ ਕਿਊਥ ਦਾ ਕੀ ਮਤਲਬ ਹੈ, ਸਪੋਜ਼ ਕਰੋ ਤੁਹਾਡੇ ਇਹ ਰਿੰਗਸ ਬਣ ਰਹੇ ਨੇ, ਤੁਸੀਂ ਇਹਦੇ ਮੰਨ ਲਓ 3rd ਰਿੰਗ ਦਾ ਡਾਇਆਮੀਟਰ ਕੱਢ ਲਿਆ, ਇਹਦੇ 5th ਰਿੰਗ ਦਾ ਡਾਇਆਮੀਟਰ ਕੱਢ ਲਿਆ, ਡਾਇਆਮੀਟਰ ਕੱਢ ਲਿਆ, 3rd ਰਿੰਗ ਦਾ ਕੱਢ ਲਿਆ, ਸਪੋਜ਼ ਕਰੋ 5th ਰਿੰਗ ਦਾ ਕੱਢ ਲਿਆ। ਇਹ ਕੱਢਦੇ ਕਿਵੇਂ ਨੇ, ਇਹ ਬੇਟਾ ਉਸ ਇੰਸਟਰੂਮੈਂਟ ਦੇ ਨਾਲ ਇੱਕ ਸਕੇਲ ਲੱਗਿਆ ਹੋਇਆ ਹੁੰਦਾ ਹੈ, ਉਹ ਆਪਾਂ ਇੰਸਟਰੂਮੈਂਟ ਨੂੰ ਦੇਖ ਕੇ ਮਾਈਕਰੋਸਕੋਪ ਦੇ ਥਰੂ ਦੇਖ ਕੇ ਉਹਦਾ ਜਿਹੜਾ ਡਾਇਆਮੀਟਰ ਹੈ ਰਿੰਗਸ ਦਾ ਉਹ ਆਪਾਂ ਕੱਢ ਸਕਦੇ ਹੁੰਦੇ ਆ। ਇਹੀ ਐਕਸਪੈਰੀਮੈਂਟ ਹੈ ਡਾਇਆਮੀਟਰ ਫਾਈਂਡ ਆਊਟ ਕਰਨਾ ਰਿੰਗਸ ਦਾ। ਤਾਂ ਡਾਇਆਮੀਟਰ ਜਿਹੜਾ ਹੈਗਾ ਉਹ ਰਿਲੇਸ਼ਨ ਕੀ ਹੈ, 2p ਲੈਮਡਾ ਆਰ, ਕਿਊਥ ਦੇ ਲਈ 2q ਲੈਮਡਾ ਆਰ ਹੋ ਗਿਆ। ਮਤਲਬ p ਕੀ ਪੁੱਟ ਕਰੋਗੇ, ਜੇ 3rd ਰਿੰਗ ਹੈ ਤਾਂ 3 ਪੁੱਟ ਕਰੋਗੇ, 5th ਰਿੰਗ ਹੈ ਤਾਂ 5 ਪੁੱਟ ਕਰ ਦੋਗੇ। ਤਾਂ ਇਹਨਾਂ ਦਾ ਸਕੇਅਰ ਕਰ ਲਓ ਤੇ ਮਾਈਨਸ ਕਰ ਲਓ, ਡੀਪੀ ਸਕੇਅਰ ਮਾਈਨਸ ਡੀਕਿਊ ਸਕੇਅਰ ਕਰ ਲਓ। ਇੱਧਰ ਕੀ ਬਣ ਜੂਗਾ 4 p ਮਾਈਨਸ ਕਿਊ ਲੈਮਡਾ ਆਰ ਬਣ ਗਿਆ। ਇੱਥੋਂ ਲੈਮਡਾ ਫਾਈਂਡ ਆਊਟ ਕਰ ਸਕਦੇ ਆ। ਦੇਖੋ ਕਿਵੇਂ ਫਾਈਂਡ ਆਊਟ ਕਰ ਸਕਦੇ ਆ, ਡਾਇਆਮੀਟਰ ਬਾਏ ਐਕਸਪੈਰੀਮੈਂਟ ਸਾਨੂੰ ਪਤਾ ਹੋਊਗਾ, p ਕਿਊ ਮੰਨ ਲਓ 5th ਹੈ 3rd ਹੈ, ਠੀਕ ਹੈ ਜੀ। ਰੇਡੀਅਸ ਆਫ ਕਰਵੇਚਰ ਮਤਲਬ ਜਿਹੜਾ ਲੈਂਸ ਹੈ ਉਹਦਾ ਰੇਡੀਅਸ ਆਫ ਕਰਵੇਚਰ ਫਾਈਂਡ ਆਊਟ ਕਰਨਾ, ਉਹ ਵੀ ਅਸੀਂ ਸਫੈਰੋਮੀਟਰ ਮੈਥਡ ਦੇ ਥਰੂ ਕੈਲਕੂਲੇਟ ਕਰ ਸਕਦੇ ਹੁੰਦੇ ਆ। ਠੀਕ ਹੈ ਜੀ। ਇਸ ਤਰ੍ਹਾਂ ਅਸੀਂ ਵੇਵ ਲੈਂਥ ਹੈ ਜਿਹੜੀ ਉਹ ਕੈਲਕੂਲੇਟ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਰਿਫਰੈਕਟਿਵ ਇੰਡੈਕਸ ਆਫ ਲਿਕੁਇਡ। ਰਿਫਰੈਕਟਿਵ ਇੰਡੈਕਸ ਆਫ ਲਿਕੁਇਡ ਦਾ ਕੀ ਮੀਨਿੰਗ ਹੈ ਕਿ ਦੇਖੋ ਗਲਾਸ ਪਲੇਟ ਦੇ ਉੱਪਰ ਜਦੋਂ ਤੁਸੀਂ ਲੈਂਸ ਰੱਖਣਾ ਹੈ, ਉਹ ਜਿਹੜੀ ਇਨ ਬਿਟਵੀਨ ਜਿਹੜੀ ਸਪੇਸ ਰਹਿ ਗਈ, ਉਸ ਸਪੇਸ ਦੇ ਵਿੱਚ ਅਗਰ ਤੁਸੀਂ ਲਿਕੁਇਡ ਪਾ ਦਿਓ ਜਾਂ ਉਹ ਸਾਰੀ ਕੰਬੀਨੇਸ਼ਨ ਨੂੰ ਕਿਸੇ ਲਿਕੁਇਡ ਦੇ ਵਿੱਚ ਇਮਰਸ ਕਰ ਦਿਓ ਤੇ ਉਹਦਾ ਤੁਸੀਂ ਰਿਫਰੈਕਟਿਵ ਇੰਡੈਕਸ ਕੱਢਣਾ ਹੋਏ ਤਾਂ ਅਸੀਂ ਇਸ ਐਕਸਪੈਰੀਮੈਂਟ ਦੇ ਥਰੂ ਕੈਲਕੂਲੇਟ ਕਰ ਸਕਦੇ ਹਾਂ। ਦੇਖੋ ਜਿਸ ਤਰ੍ਹਾਂ ਡਾਰਕ ਰਿੰਗ ਦੀ ਕੰਡੀਸ਼ਨ ਕੀ ਸੀ, ਨਾਰਮਲ ਇਨਸੀਡੈਂਸ ਦੇ ਲਈ 2nt ਇਜ਼ ਇਕੁਅਲ ਟੂ p ਲੈਮਡਾ। ਥਿਕਨੈਸ ਆਪਾਂ ਨੂੰ ਪਤਾ ਹੈ ਕਿ rp ਸਕੁਅਰ ਅਪੋਨ 2r ਹੈ।
ਤਾਂ ਆਪਾਂ ਰਿਲੇਸ਼ਨ ਪੁੱਟ ਕਰਤਾ 2nrp²/2r ਇਜ਼ ਇਕੁਅਲ ਟੂ p ਲੈਮਡਾ। ਇੱਥੋਂ ਰਿਫਰੈਕਟਿਵ ਇੰਡੈਕਸ ਹੈ ਜਿਹੜਾ ਉਹ ਕੈਲਕੂਲੇਟ ਕਰ ਲਓ। ਦੇਖੋ ਉਹੀ pth ਰਿੰਗ ਹੋ ਗਿਆ, ਰੇਡੀਅਸ ਆਫ ਕਰਵੇਚਰ ਹੋ ਗਿਆ ਤੇ ਰੇਡੀਅਸ ਹੋ ਗਿਆ pth ਰਿੰਗ ਦਾ। ਤਾਂ ਇਹ ਤਾਂ ਆਪਾਂ ਬਾਈ ਐਕਸਪੈਰੀਮੈਂਟ ਕੈਲਕੂਲੇਟ ਕਰ ਲਾਂਗੇ। ਉਸ ਤੋਂ ਬਾਅਦ ਡਾਇਆਮੀਟਰ ਕੈਲਕੂਲੇਟ ਕਰ ਲਓ pth ਰਿੰਗ ਦਾ, qth ਰਿੰਗ ਦਾ। ਉਹ 2 ਟਾਈਮਸ ਆਫ rp 2 ਟਾਈਮਸ ਆਫ rq ਬਣ ਜੂਗਾ 2p ਲੈਮਡਾ r/n 2p q ਲੈਮਡਾ r/n। ਦੇਖੋ ਪਿਛਲੇ ਰਿਲੇਸ਼ਨ 'ਚ ਆਪਣਾ ਇਹ ਰਿਲੇਸ਼ਨ 2p ਲੈਮਡਾ r ਸੀ, ਬਟ ਹੁਣ ਉਰੇ n ਆ ਰਿਹਾ ਹੈ। ਉਹ ਤਾਂ ਆ ਰਿਹਾ ਕਿਉਂਕਿ ਹੁਣ ਆਪਾਂ ਲਿਕੁਇਡ ਫਿਲ ਕਰ ਰਹੇ ਹਾਂ। ਪਹਿਲਾਂ ਆਪਾਂ 에ਅਰ ਦੇ ਲਈ ਦੇਖ ਰਹੇ ਸੀ, 에ਅਰ ਦਾ ਰਿਫਰੈਕਟਿਵ ਇੰਡੈਕਸ 1 ਹੁੰਦਾ ਹੈ, ਇਸ ਕਰਕੇ ਉੱਥੇ n ਦੀ ਵੈਲਿਊ ਆਟੋਮੈਟਿਕਲੀ 1 ਪੁੱਟ ਕੀਤੀ ਹੋਈ ਸੀ। ਤਾਂ ਇਹਦਾ ਉਸੇ ਤਰ੍ਹਾਂ ਸਕੇਅਰ ਕਰੋ, ਮਾਈਨਸ ਕਰੋ, ਇਹ ਰਿਲੇਸ਼ਨ ਬਣ ਗਿਆ। ਇਸ ਰਿਲੇਸ਼ਨ ਤੋਂ ਅਸੀਂ ਰਿਫਰੈਕਟਿਵ ਇੰਡੈਕਸ ਹੈ ਜਿਹੜਾ ਉਹ ਕੈਲਕੂਲੇਟ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਦੀ ਬੇਟਾ ਜਿਹੜੀ ਥਰਡ ਐਪਲੀਕੇਸ਼ਨ ਹੈ ਨਿਊਟਨ ਰਿੰਗਸ ਐਂਡ ਵਾਈਟ ਲਾਈਟ। ਨਿਊਟਨ ਰਿੰਗ ਐਂਡ ਵਾਈਟ ਲਾਈਟ ਦੇ ਵਿੱਚ ਕੀ ਹੈ, ਤੁਹਾਡੀ ਬੁੱਕ ਦੇ ਵਿੱਚ ਬੇਟਾ ਥਿਓਰੈਟੀਕਲ ਪਾਰਟ ਹੈ ਬਹੁਤ ਛੋਟਾ ਜਿਹਾ। ਦੇਖੋ ਜਨਰਲੀ ਆਪਾਂ ਮੋਨੋਕ੍ਰੋਮੈਟਿਕ ਲਾਈਟ ਯੂਜ਼ ਕਰਦੇ ਹਾਂ। ਜੇ ਮੋਨੋਕ੍ਰੋਮੈਟਿਕ ਲਾਈਟ ਯੂਜ਼ ਕਰਦੇ ਹਾਂ ਤਾਂ ਆਪਣੇ ਰਿੰਗਸ ਡਾਰਕ ਬਣਦੇ ਨੇ ਜਾਂ ਬ੍ਰਾਈਟ ਬਣਦੇ ਨੇ, ਦੈਟ ਡਿਪੈਂਡਸ ਅਪਨ ਰਿਫਲੈਕਟਿਡ ਸਿਸਟਮ ਐਂਡ ਟਰਾਂਸਮਿਟਿਡ ਸਿਸਟਮ। ਬਟ ਅਗਰ ਤੁਸੀਂ ਵਾਈਟ ਲਾਈਟ ਯੂਜ਼ ਕਰਦੇ ਹੋ ਫਿਰ ਕੀ ਹੋਊਗਾ। ਦੇਖੋ ਵਾਈਟ ਲਾਈਟ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ ਡਿਫਰੈਂਟ ਕਲਰਸ ਨੇ ਜਿਹੜੇ ਉਹ ਇੱਕ ਦੂਜੇ ਉੱਪਰ ਸੁਪਰ ਇੰਪੋਜ਼ ਹੋਣ ਲੱਗ ਜਾਂਦੇ ਨੇ। ਤਾਂ ਸੁਪਰ ਇੰਪੋਜੀਸ਼ਨ ਕਰਕੇ ਜਿਹੜੀਆਂ ਰਿੰਗਸ ਨੇ ਉਹ ਕੁਛ ਰਿੰਗਸ ਜਿਹੜੀਆਂ ਸੈਂਟਰਲ ਰਿੰਗਸ ਨੇ, ਇਹ ਵਾਲੀਆਂ ਕੁਛ ਰਿੰਗਸ ਤਾਂ ਕਲਰਡ ਬਣ ਜਾਣਗੀਆਂ, ਆਹ ਵਾਲੀਆਂ ਕੁਛ ਰਿੰਗਸ, ਠੀਕ ਹੈ ਜੀ। ਤੇ ਜਿਹੜੇ ਪਰ ਜਿਵੇਂ ਤੁਸੀਂ ਅਵੇ ਜਾਈ ਜਾਓਗੇ ਬਾਹਰ ਵਾਲੇ ਰਿੰਗਸ ਦੇਖੋਗੇ, ਇਹ ਸਾਰੇ ਜਰਨਲ ਇਲੂਮੀਨੇਸ਼ਨ ਹੋ ਜੂਗੀ। ਜਰਨਲ ਇਲੂਮੀਨੇਸ਼ਨ ਮਤਲਬ ਕਿ ਤੁਹਾਨੂੰ ਸਿੰਪਲ ਲਾਈਟ ਦਿਖੂਗੀ, ਕੋਈ ਵੀ ਉੱਥੇ ਰਿੰਗ ਜਾਂ ਫਰਿੰਜਿਸ ਨਹੀਂ ਦਿਖਣੇ ਹੈਗੇ। ਤਾਂ ਵਾਈਟ ਲਾਈਟ ਦੇ ਨਾਲ ਕੀ ਹੁੰਦਾ ਕਿ ਪਹਿਲੇ ਕੁਝ ਫਰਿੰਜ ਕਲਰਡ ਹੋ ਸਕਦੇ ਨੇ, ਵਿਜ਼ਿਬਿਲਿਟੀ ਬਣ ਸਕਦੀ ਹੈ ਕਲਰਡ ਦੀ, ਪਰ ਬਾਕੀ ਫਰਿੰਜਿਸ ਕੀ ਹੋਣਗੇ, ਜਰਨਲ ਇਲੂਮੀਨੇਸ਼ਨ ਆਫ ਲਾਈਟ ਹੋ ਜੂਗੀ, ਠੀਕ ਹੈ ਜੀ। ਇੱਥੇ ਬੇਟਾ ਨਾਲ ਨਾ ਤੁਹਾਡੀ ਬੁੱਕ ਦੇ ਵਿੱਚ 2 ਪ੍ਰੋਬਲਮਸ ਵੀ ਦਿੱਤੀਆਂ ਹੋਈਆਂ ਨੇ, 2 ਨੂਮੈਰੀਕਲ ਪ੍ਰੋਬਲਮਸ ਨੇ ਇਸ ਆਰਟੀਕਲ ਦੇ ਨਾਲ, ਇਹ ਵੀ ਤੁਸੀਂ ਕਰਨੀਆਂ ਨੇ। ਹੁਣ ਇਹ 3 ਜਾਂ 4 ਆਰਟੀਕਲਸ ਰਹਿ ਗਏ ਨੇ, ਇਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਹੀ ਕਰਵਾਉਂਗੀ, ਥੋੜੇ ਜਿਹੇ ਲੈਂਥੀ ਨੇ ਬੇਟਾ, ਪਰ ਇਹ ਧਿਆਨ ਰੱਖਣਾ ਕਿ ਇਹ ਆਰਟੀਕਲ ਸਾਰੇ ਬੇਸਡ ਨੇ ਥਿਨ ਫਿਲਮਸ ਵਾਲੇ ਆਰਟੀਕਲ ਤੇ ਜਿਹੜਾ ਆਪਾਂ ਪਿੱਛੇ ਕੀਤਾ। ਦੈਟ ਮੀਨਸ ਕਿ ਉਹ ਮੋਸਟ ਇੰਪੋਰਟੈਂਟ ਆਰਟੀਕਲ ਹੈ ਕਿਉਂਕਿ ਉਹ ਬੇਸ ਹੈ ਜਿੰਨੇ ਵੀ ਫਰਦਰ ਆਪਾਂ ਨੇ ਆਰਟੀਕਲਸ ਕਰਨੇ ਨੇ। ਤਾਂ ਪਹਿਲਾਂ ਉਸ ਆਰਟੀਕਲ ਨੂੰ ਬਹੁਤ ਧਿਆਨ ਦੇ ਨਾਲ ਕਰੋ। ਸੋ ਇੱਥੇ ਲੈਕਚਰ ਖਤਮ ਹੈ ਬੇਟਾ ਅੱਜ ਦਾ। ਥੈਂਕਸ ਅ ਲੋਟ।